ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸਿਆਸੀ ਪੈਂਤੜਾ ਭਗਵੰਤ ਮਾਨ ਨੇ ਵਿਧਾਇਕਾਂ ਨੂੰ ਦਿੱਤੀ ਵਾਰਨਿੰਗ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਆਪਣੇ ਕਾਰਜਕਾਲ ਦੀ ਦੂਜੀ ਵੱਡੀ ਮੀਟਿੰਗ ਸੱਦੀ ਗਈ, ਜਿਸ 'ਚ ਉਹਨਾਂ ਵੱਲੋਂ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਸੱਦਾ ਦਿੱਤਾ ਗਿਆ ਸੀ ਤੇ ਇਹ ਮੀਟਿੰਗ ਲਗਭਗ 2 ਘੰਟੇ ਤੋਂ ਵੱਧ ਜਿਹੜੀ ਹੈ ਚੱਲੀ ਹੈ। ਅਸੀਂ ਜਾਣਨਾ ਚਾਹਾਂਗੇ ਵੀ ਕਿ ਇਹ ਮੁੱਖ ਮੰਤਰੀ ਦੀ ਜਿਹੜੀ 2 ਘੰਟੇ ਦੀ ਮੀਟਿੰਗ ਹੈ, ਇਸ ਵਿੱਚ ਉਹਨਾਂ ਵੱਲੋਂ ਕੀ ਕੁਝ ਫੈਸਲੇ ਲਏ ਗਏ, ਕੀ ਗੱਲਬਾਤ ਹੁਣ ਤੱਕ ਨਿਕਲ ਕੇ ਸਾਹਮਣੇ ਆਈ ਹੈ। ਦੇਖੋ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਿਹੜੀ ਅਗਵਾਈ ਵਾਲੀ ਆਪ ਸਰਕਾਰ ਹੈ, ਉਹਦੀ ਇਹ 45 ਦਿਨਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਇਹ ਸੈਕਿੰਡ ਮੀਟਿੰਗ ਸੀ। ਇਸ ਤੋਂ ਪਹਿਲਾਂ ਤੁਹਾਡੇ ਚੇਤੇ ਹੋਏਗਾ ਕਿ 20 ਮਾਰਚ ਨੂੰ ਇੱਕ ਮੀਟਿੰਗ ਹੈ ਜਿਹੜੀ ਉਹ ਜਿਹਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਵੀ ਸੰਬੋਧਨ ਕੀਤਾ ਸੀ ਔਰ ਮੁੱਖ ਮੰਤਰੀ ਨੇ ਵੀ ਸੰਬੋਧਨ ਕੀਤਾ ਸੀ, ਉਹ ਹੋਈ ਸੀ। ਇਹਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਸਾਰੇ ਵਿਧਾਇਕ ਔਰ ਤਕਰੀਬਨ ਕਈ ਜਿਹੜੇ ਮੰਤਰੀ ਹੈ ਉਹ ਵੀ ਸ਼ਾਮਲ ਹੋਏ ਨੇ ਔਰ ਇਸ ਮੀਟਿੰਗ ਨੂੰ ਜਿਹੜੀ ਅਗਵਾਈ ਦਿੱਤੀ ਜਾਂ ਪ੍ਰਧਾਨਗੀ ਕੀਤੀ ਉਹ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕੀਤੀ ਹੈ। ਜਿਹੜੀ ਪਹਿਲੀ ਮੀਟਿੰਗ ਸੀ, ਕਿਉਂਕਿ ਉਸ ਟਾਈਮ ਸਰਕਾਰ ਦੀ ਹਾਲੇ ਸ਼ੁਰੂਆਤ ਸੀ, ਪਹਿਲੀ ਮੀਟਿੰਗ ਦੇ ਵਿੱਚ ਸਿਰਫ ਵਿਧਾਇਕਾਂ ਨੂੰ ਡਾਇਰੈਕਸ਼ਨਸ ਦਿੱਤੀਆਂ ਗਈਆਂ ਸਨ। ਜਿਹੜੀ ਅੱਜ ਮੀਟਿੰਗ ਹੋਈ ਹੈ ਇਹਦੇ ਵਿੱਚ ਜਿੱਥੇ ਡਾਇਰੈਕਸ਼ਨਸ ਦਿੱਤੀਆਂ ਗਈਆਂ ਨੇ ਉੱਥੇ ਇਹਦੇ ਵਿੱਚ ਵਿਧਾਇਕਾਂ ਤੋਂ ਫੀਡਬੈਕ ਵੀ ਲਈ ਗਈ ਹੈ ਜੀ। ਦੋ ਪਾਸਿਆਂ ਤੋਂ। ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਲੋਕ ਰਾਜ ਦੇ ਵਿੱਚ ਜਿਹੜਾ ਇੱਕ ਵਿਧਾਇਕ ਹੁੰਦਾ ਹੈ ਉਹ ਸਰਕਾਰ ਔਰ ਹਲਕੇ ਦੇ ਦਰਮਿਆਨ ਇੱਕ ਕੜੀ ਦਾ ਕੰਮ ਕਰਦਾ ਹੈ। ਜੀ ਬਿਲਕੁਲ। ਅਗਰ ਸਰਕਾਰ ਮੁੱਖ ਮੰਤਰੀ ਆਪਣੇ ਵਿਧਾਇਕਾਂ ਦੇ ਜ਼ਰੀਏ ਸਹੀ ਸਮੇਂ ਸਿਰ ਟਾਈਮ ਟੂ ਟਾਈਮ ਫੀਡਬੈਕ ਲੈਂਦੀ ਹੈ ਔਰ ਉਸ ਫੀਡਬੈਕ 'ਤੇ ਅਮਲ ਕਰਦੀ ਹੈ ਤਾਂ ਉਸ ਸਰਕਾਰ ਦੇ ਜਿਹੜੇ ਰਿਜ਼ਲਟਸ ਹੈ ਉਹ ਬਿਹਤਰ ਹੋ ਜਾਂਦੇ ਨੇ ਜਾਂ ਹੋ ਸਕਦੇ ਨੇ ਜੀ। ਜਿਸ ਤਰ੍ਹਾਂ ਅੰਗਰੇਜ਼ ਲੋਕ ਤਾਂ ਇਹ ਕਹਿੰਦੇ ਨੇ ਕਿ ਜਿਹੜੀ ਫੀਡਬੈਕ ਹੈ ਉਹ ਇੱਕ ਗਿਫਟ ਹੈ ਵੱਡਾ। ਜਿਸ ਬੰਦੇ ਨੂੰ ਫੀਡਬੈਕ ਲੈਣ ਦੀ ਆਦਤ ਪੈ ਗਈ, ਸਲਾਹ ਲੈਣ ਦੀ ਆਦਤ ਪੈ ਗਈ, ਤਾਂ ਉਹ ਆਪਣੀ ਕਾਰਗੁਜ਼ਾਰੀ ਦੇ ਵਿੱਚ ਸੁਧਾਰ ਕਰਨ ਦੀ ਜਿਹੜੀ ਗੁੰਜਾਇਸ਼ ਹੈ ਉਹ ਰੱਖਦਾ ਹੈ। ਤਾਂ ਜਿੱਥੋਂ ਤੱਕ ਸਾਨੂੰ ਮੀਟਿੰਗ ਦੇ ਅੰਦਰਲੀਆਂ ਗੱਲਾਂ ਦਾ ਪਤਾ ਲੱਗਿਆ ਹੈ ਜਾਂ ਗੱਲ ਨਿਕਲ ਕੇ ਸਾਹਮਣੇ ਆਈ ਹੈ, ਉਹਦੇ ਵਿੱਚ ਕੁਝ ਗੱਲਾਂ ਜਿਹੜੀਆਂ ਸ਼ਿਕਾਇਤਾਂ ਨੇ ਉਹ ਵਿਧਾਇਕਾਂ ਨੇ ਕੀਤੀਆਂ ਨੇ ਅਫਸਰਾਂ ਦੀਆਂ, ਅਤੇ ਕੁਝ ਸ਼ਿਕਾਇਤਾਂ ਜਾਂ ਗਿਲੇ ਹੈ ਉਹ ਮੁੱਖ ਮੰਤਰੀ ਦੇ ਵੀ ਸਨ ਜਿਹੜੇ ਤਾਲੁਕ ਰੱਖਦੇ ਸਨ ਉਹਨਾਂ ਦੇ ਆਪਣੀ ਪਾਰਟੀ ਦੇ ਵਿਧਾਇਕਾਂ ਨਾਲ। ਜੀ। ਪਹਿਲਾਂ ਆਪਾਂ ਜੇ ਗੱਲ ਕਰੀਏ ਕਿ ਵਿਧਾਇਕਾਂ ਨੇ ਕੀ ਫੀਡਬੈਕ ਦਿੱਤੀ, ਤਾਂ ਉਹਨਾਂ ਨੇ ਕਿਹਾ ਕਿ ਅਸੀਂ 45 ਦਿਨਾਂ ਦੇ ਕਾਰਜਕਾਲ ਦੇ ਵਿੱਚ ਸਰਕਾਰ ਨੇ ਜਿਹੜੇ ਫੈਸਲੇ ਲਏ ਨੇ, ਹਰ ਵਿਧਾਇਕ ਨੂੰ ਟਾਈਮ ਦਿੱਤਾ ਗਿਆ, ਉਸ ਵਿਧਾਇਕ ਨੇ ਉਸ ਫੈਸਲੇ ਦੇ ਰਿਗਾਰਡਿੰਗ ਕਿ ਉਸ ਦੇ ਇਲਾਕੇ ਦੇ ਲੋਕ, ਉਸ ਦੇ ਹਲਕੇ ਦੇ ਲੋਕ ਕਿਸ ਤਰ੍ਹਾਂ ਸੋਚਦੇ ਨੇ, ਕਿਸ ਤਰ੍ਹਾਂ ਰਿਐਕਟ ਕਰਦੇ ਨੇ ਜਾਂ ਕਿਸ ਤਰ੍ਹਾਂ ਦਾ ਇੰਪੈਕਟ ਸਰਕਾਰ ਦਾ ਪਹਿਲੇ 1.5 ਮਹੀਨੇ ਦਾ ਗਿਆ ਹੈ, ਉਹ ਜਿਹੜੀ ਫੀਡਬੈਕ ਹੈ ਹਰ ਵਿਧਾਇਕ ਨੇ ਸਾਂਝੀ ਕੀਤੀ ਹੈ। ਜੀ। ਦੂਸਰੀ ਗੱਲ ਜਿਹੜੀ ਅਹਿਮ ਵਿਧਾਇਕਾਂ ਨੇ ਕੀਤੀ ਹੈ ਉਹ ਜਿਹਤੇ ਮੇਨ ਫੋਕਸ ਕੀਤਾ ਕਿ ਜਿਹੜੀ ਹੇਠਲੇ ਪੱਧਰ ਦੀ ਬਿਊਰੋਕਰੇਸੀ ਹੈ ਜਾਂ ਹੇਠਲੇ ਪੱਧਰ ਦੇ ਅਧਿਕਾਰੀ ਨੇ, ਤਾਂ ਹਾਂ ਟੌਪ ਲੈਵਲ 'ਤੇ ਡਿਸਟ੍ਰਿਕਟ ਲੈਵਲ 'ਤੇ ਚੇਂਜਸ ਹੋ ਚੁੱਕੀਆਂ ਨੇ, ਪਰ ਉਹ ਕਹਿੰਦੇ ਨੇ ਕਿ ਥਾਣਿਆਂ ਦੇ ਵਿੱਚ ਜਾਂ ਸਬ ਡਿਵੀਜ਼ਨ ਲੈਵਲ 'ਤੇ ਜਿਹੜੇ DSP ਲੱਗੇ ਨੇ ਜਾਂ ਥਾਣੇਦਾਰ ਨੇ, ਉਹਨਾਂ ਦਾ ਜਿਹੜਾ ਨੈਕਸਸ ਹੈ ਉਹ ਹਾਲੇ ਟੁੱਟਿਆ ਨਹੀਂ। ਜੀ। ਉਹਨਾਂ ਦਾ ਕਹਿਣ ਦਾ ਮਤਲਬ ਇੱਕੋ ਹੀ ਸੀਗਾ ਕਿ ਜਿਹੜੇ ਪੁਰਾਣੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਉਹਨਾਂ ਦੇ ਲਗਾਏ ਹੋਏ ਡਿਪਿਊਟ ਕੀਤੇ ਹੋਏ ਲੋਕ ਨੇ ਔਰ ਉਹਨਾਂ ਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਲੋਕਾਂ ਨਾਲ ਸਾਂਝ ਬਣੀ ਹੋਈ ਹੈ, ਜਿਸ ਕਰਕੇ ਉਹਨਾਂ ਨੂੰ ਅੜਿੱਕਿਆਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ। ਜੀ। ਇਹ ਉਹਨਾਂ ਨੇ ਕਿਹਾ। ਤੀਸਰਾ ਉਹਨਾਂ ਨੇ ਕਿਹਾ ਕਿ ਸਾਡੇ ਹਲਕੇ ਦੇ ਵਿੱਚ ਮੇਨ ਜਿਹੜੀਆਂ ਜਨਤਕ ਪ੍ਰੋਬਲਮਸ ਹੈਗੀਆਂ ਨੇ ਸਾਰੇ ਲੋਕਾਂ ਨਾਲ ਜੁੜੀਆਂ ਹੋਈਆਂ, ਉਹਨਾਂ ਦਾ ਉਹਨਾਂ ਨੇ ਆਪੋ ਆਪਣਾ ਖਾਕਾ ਪੇਸ਼ ਕੀਤਾ ਔਰ ਮੁੱਖ ਮੰਤਰੀ ਨੇ ਕਿਹਾ ਕਿ ਜੇ ਹੋਰ ਵੀ ਤੁਸੀਂ ਰਿਟਰਨ ਦੇ ਵਿੱਚ ਆਪਣੀਆਂ ਪ੍ਰੋਬਲਮਸ ਲੈ ਕੇ ਆਏ ਹੋ ਤਾਂ ਸਾਡੇ ਸਨਮੁਖ ਹੈ ਜਿਹੜੀਆਂ ਉਹ ਕੀਤੀਆਂ ਜਾਣ। ਦੂਸਰੀ ਤਰਫ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਹਦੇ ਵਿੱਚ ਜਿਹੜੀ ਆਪਣੀ ਟੋਨ ਹੈ ਉਹ ਵਿਧਾਇਕਾਂ ਨੂੰ ਮਾਣ ਦੇਣ ਵਾਲੀ ਵੀ ਰੱਖੀ ਔਰ ਉਹਨਾਂ ਨੂੰ ਨਸੀਹਤ ਦੇਣ ਵਾਲੀ ਵੀ ਰੱਖੀ ਔਰ ਉਹਨਾਂ ਨੂੰ ਇੱਕ ਤਰੀਕੇ ਨਾਲ ਮੁੱਖ ਮੰਤਰੀ ਨੇ ਵਾਰਨਿੰਗ ਵੀ ਦਿੱਤੀ ਹੈਗੀ ਹੈ। ਕਿਉਂਕਿ ਕੇਜਰੀਵਾਲ ਨੇ 20 ਤਰੀਕ ਦੀ ਮੀਟਿੰਗ ਦੇ ਵਿੱਚ ਜਿਹੜੀ 20 ਮਾਰਚ ਨੂੰ ਹੋਏਗੀ, ਤੁਹਾਡੇ ਚੇਤੇ ਹੋਏਗਾ, ਉਹਦੇ ਵਿੱਚ ਸਾਫ਼ ਕਿਹਾ ਸੀਗਾ ਕਿ ਅਸੀਂ ਕਰਪਸ਼ਨ ਹੈ ਜਿਹੜੀ ਬਰਦਾਸ਼ਤ ਨਹੀਂ ਕਰਾਂਗੇ, ਬਦਲੇ ਦੀ ਭਾਵਨਾ ਜਿਹੜੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਤਾਂ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਸਾਰੀਆਂ ਚੀਜ਼ਾਂ 'ਚੋਂ ਉੱਪਰ ਉੱਠ ਕੇ ਹਲਕੇ ਦੇ ਲੋਕਾਂ ਲਈ ਕੰਮ ਕਰਨਾ ਹੈ ਔਰ ਤੁਸੀਂ ਚੰਡੀਗੜ੍ਹ ਨਹੀਂ ਰਹਿਣਾ, ਆਪੋ ਆਪਣੇ ਹਲਕਿਆਂ ਦੇ ਵਿੱਚ ਰਹਿਣਾ ਹੈ, ਜ਼ਿਆਦਾ ਸਮਾਂ ਹਲਕਿਆਂ ਨੂੰ ਦੇਣਾ ਹੈ ਔਰ ਆਪਣੇ ਹਲਕਿਆਂ ਦੇ ਵਿੱਚ ਆਪਣੇ ਜਿਹੜੇ ਆਫਿਸਿਸ ਵਗੈਰਾ
ਉਹ ਖੋਲ੍ਹਣੇ ਨੇ। ਜੀ ਅੱਜ ਮੁੱਖ ਮੰਤਰੀ ਨੇ ਜਿਹੜੀ ਉਹਨਾਂ ਨੂੰ ਵਿਧਾਇਕਾਂ ਦੀ, ਜਿਸ ਤਰ੍ਹਾਂ ਕੇਜਰੀਵਾਲ ਨੇ ਕਿਹਾ ਸੀ ਕਿ ਦਿੱਲੀ ਦੇ ਵਿੱਚ ਵੀ ਉਹ ਆਪਣੇ ਵਿਧਾਇਕਾਂ ਦੀ, ਆਪਣੇ ਮੰਤਰੀਆਂ ਦੀ ਫੀਡਬੈਕ ਹੈ ਜਿਹੜੀ ਆਪਣੀਆਂ ਏਜੰਸੀਆਂ ਦੇ ਥਰੂ ਜਾਂ ਆਪਣਾ ਜਿਹੜਾ ਨੈਟਵਰਕ ਹੈ ਪਾਰਟੀਆਂ ਦਾ, ਸਰਕਾਰਾਂ ਦਾ, ਉਹਦੇ ਥਰੂ ਲੈਂਦੇ ਨੇ। ਤਾਂ ਇੱਥੇ ਵੀ ਗੌਰਮੈਂਟ ਨੇ ਜਿਹੜੀ ਆਪੋ ਇਕੱਲੇ ਵਿਧਾਇਕ ਦੀ ਜਿਹੜੀ ਫੀਡਬੈਕ ਆਪਣੇ ਸੋਰਸਿਸ ਦੇ ਰਾਹੀਂ ਲਈ ਹੋਈ ਸੀ, ਤਾਂ ਉਹਨਾਂ ਨੇ ਦੋ ਗੱਲਾਂ ਮੁੱਖ ਤੌਰ ਦੇ ਉੱਪਰ ਕਹੀਆਂ ਨੇ। ਇੱਕ ਤਾਂ ਉਹਨਾਂ ਨੇ ਕਿਹਾ ਕਿ ਪਿਛਲੇ ਟਾਈਮ ਦੇ ਵਿੱਚ ਜਿਨ੍ਹਾਂ ਵਿਧਾਇਕਾਂ ਨੇ ਸਰਕਾਰੀ ਦਫ਼ਤਰਾਂ ਦੇ ਵਿੱਚ, ਸਕੂਲਾਂ ਦੇ ਵਿੱਚ, ਹਸਪਤਾਲਾਂ 'ਚ, ਕਾਲਜਾਂ ਦੇ ਵਿੱਚ ਛਾਪੇਮਾਰੀ ਕੀਤੀ ਹੈ, ਉਹਦੇ ਨਾਲ ਜਿਹੜਾ ਮੈਸੇਜ ਹੈ ਉਹ ਠੀਕ ਨਹੀਂ ਗਿਆ। ਉਹਦੇ ਵਿੱਚ ਜਿਹੜੀ ਵਿਧਾਇਕਾਂ ਦੀ ਕੁਛ ਕੁ ਵਿਧਾਇਕਾਂ ਦੀ ਜਿਹੜੀ ਭਾਸ਼ਾ ਹੈ ਉਹ ਵੀ ਜ਼ਿਆਦਾ ਥਾਣੇਦਾਰੀ ਵਾਲੀ ਟੋਨ ਦੇ ਵਿੱਚ ਰਹੀ ਹੈ। ਜੀ ਅਤੇ ਉਹ ਉਹਨਾਂ ਨੇ ਕਿਹਾ ਕਿ ਤੁਸੀਂ ਅੱਗੇ ਤੋਂ ਕਿਤੇ ਵੀ ਕੋਈ ਛਾਪਾ ਨਹੀਂ ਮਾਰਨਾ, ਇਹ ਤੁਹਾਡਾ ਕੰਮ ਨਹੀਂ। ਅਗਰ ਤੁਹਾਡੇ ਕੋਈ ਮਸਲਾ ਧਿਆਨ ਦੇ ਵਿੱਚ ਆਉਂਦਾ ਹੈਗਾ ਅਤੇ ਤੁਸੀਂ ਸੰਬੰਧਿਤ ਜਿਹੜਾ ਅਧਿਕਾਰੀ ਹੈ ਉਸ ਨੂੰ ਇੰਟੀਮੇਟ ਕਰਨਾ। ਅਗਰ ਤੁਹਾਡੀ ਗੱਲ ਨਹੀਂ ਸੁਣੀ ਜਾਂਦੀ ਤਾਂ ਮੇਰੇ ਤੱਕ ਤੁਸੀਂ ਪਹੁੰਚ ਕਰਨੀ ਹੈਗੀ ਹੈ। ਜੀ ਉਹਨਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਕਿਤੇ ਵੀ ਕੋਈ ਵਿਧਾਇਕ ਹੈ ਜਿਹੜਾ ਉਹ ਆਪਣੇ ਪੱਧਰ 'ਤੇ ਜਿਹੜੀ ਛਾਪੇਮਾਰੀ ਹੈ ਉਹ ਨਹੀਂ ਕਰੇਗਾ, ਕਿਉਂਕਿ ਇਸ ਦਾ ਮੈਸੇਜ ਹੈ ਜਿਹੜਾ ਉਹ ਗਲਤ ਜਾ ਰਿਹਾ ਹੈ। ਸੈਕਿੰਡ, ਉਹਨਾਂ ਨੇ ਗੱਲ ਇਹ ਕਹੀ ਹੈ ਕਿ ਕਿਸੇ ਵੀ ਵਿਧਾਇਕ ਔਰ ਵਜ਼ੀਰ ਦਾ ਜਿਹੜਾ ਪਰਿਵਾਰ ਦਾ ਮੈਂਬਰ ਹੈ ਉਹ ਦਖਲ ਨਹੀਂ ਦੇਗਾ ਸਰਕਾਰ ਦੇ ਕੰਮ ਦੇ ਵਿੱਚ। ਜੀ ਸਿੱਧੇ ਤੌਰ 'ਤੇ ਉਹਨਾਂ ਨੇ ਕਿਹਾ ਕਿ ਮੈਨੂੰ ਬਹੁਤ ਸਾਰੀਆਂ ਇਸ ਕਿਸਮ ਦੀਆਂ ਸ਼ਿਕਾਇਤਾਂ ਜਿਹੜੀਆਂ ਮੁੱਖ ਮੰਤਰੀ ਨੇ ਕਿਹਾ ਮਿਲ ਰਹੀਆਂ ਨੇ ਕਿ ਵਿਧਾਇਕਾਂ ਦੇ ਕਿਤੇ ਕੋਈ ਸਾਲਾ ਸਾਹਿਬ, ਕਿਤੇ ਕੋਈ ਭਾਂਜਾ, ਕਿਤੇ ਕੋਈ ਭਤੀਜਾ ਫੋਨ ਕਰਕੇ ਅਫਸਰਾਂ ਨੂੰ ਜਿਹੜੀਆਂ ਡਾਇਰੈਕਸ਼ਨਾਂ ਦੇ ਰਹੇ ਨੇ ਜਾਂ ਕੰਮ ਕਰਵਾ ਰਹੇ ਨੇ। ਜੀ ਉਹ ਕਹਿੰਦੇ ਕਿ ਇਹ ਬਿਲਕੁਲ ਨਹੀਂ ਚੱਲੇਗਾ। ਅੱਜ ਤੋਂ ਬਾਅਦ ਕਿਸੇ ਵਜ਼ੀਰ ਦੀ ਔਰ ਵਿਧਾਇਕ ਦੀ ਇਹ ਕੰਪਲੇਂਟ ਨਹੀਂ ਹੋਣੀ ਚਾਹੀਦੀ ਕਿ ਉਸਦੇ ਕਿਸੇ ਰਿਸ਼ਤੇਦਾਰ ਨੇ ਉਹਨਾਂ ਦੇ ਸਰਕਾਰ ਦੇ ਕੰਮ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਦਖਲ ਦਿੱਤਾ ਹੈਗਾ। ਜੀ ਇਹ ਚੀਜ਼ਾਂ ਜਿਹੜੀਆਂ ਉਹਨਾਂ ਨੇ ਕਿਹਾ ਕਿ ਅੱਗੇ ਇਸ ਚੀਜ਼ ਨੂੰ, ਇਹਨਾਂ ਚੀਜ਼ਾਂ ਨੂੰ ਆਪਾਂ ਰੋਕਣਾ ਹੈ। ਇੱਕ ਉਹਨਾਂ ਨੇ ਕਿਹਾ ਕਿ ਥੋੜ੍ਹਾ ਸਾਰੇ ਵਿਧਾਇਕਾਂ ਨੇ ਟਰਮੇ ਦੇ ਵਿੱਚ ਰਹਿਣਾ ਹੈਗਾ। ਅਗਰ ਤੁਹਾਡੀ ਕਿਸੇ ਸੋਸ਼ਲ ਮੀਡੀਆ ਦੇ ਪਲੇਟਫਾਰਮ 'ਤੇ ਕਿਸੇ ਵਿਧਾਇਕ ਦੀ, ਵਜ਼ੀਰ ਦੀ ਆਲੋਚਨਾ ਵੀ ਹੁੰਦੀ ਹੈ ਤਾਂ ਤੁਹਾਡੇ ਵਿੱਚ ਆਲੋਚਨਾ ਨੂੰ ਸਹਿਣ ਦਾ, ਬਰਦਾਸ਼ਤ ਕਰਨ ਦਾ ਇੱਕ ਜਿਹੜਾ ਮਾਦਾ ਉਹ ਹੋਣਾ ਚਾਹੀਦਾ ਹੈ। ਤੁਸੀਂ ਪ੍ਰੋਪਰ ਜਿਹੜੀ ਵਿਧਾਇਕ ਵਾਲੀ ਭੂਮਿਕਾ ਹੈ ਉਹਨੂੰ ਨਿਭਾਉਣਾ ਹੈ। ਜੀ ਕਿਉਂਕਿ ਪਹਿਲਾਂ ਆਪਾਂ ਦੇਖਦੇ ਸੀ ਕਿ ਪਹਿਲਾਂ ਇਹ ਡਿਸਾਈਡ ਕਰਨਾ ਪਏਗਾ ਕਿ ਜਦੋਂ ਕੋਈ ਬੰਦਾ ਪੋਲੀਟਿਕਸ ਦੇ ਵਿੱਚ ਆਉਂਦਾ, ਉਹ ਆਉਂਦਾ ਕਿਸ ਮਨੋਰਥ ਦੇ ਲਈ ਹੈ। ਜੀ ਬਿਲਕੁਲ। ਜਿਸ ਤਰ੍ਹਾਂ ਪਿਛਲੇ ਟਾਈਮ ਤੋਂ ਸਾਡੀ ਇੰਡੀਅਨ ਪੋਲੀਟਿਕਸ ਦੇ ਵਿੱਚ ਤਾਂ ਇਹ ਬਣੀ ਗਿਆ ਸੀਗਾ ਕਿ ਰਾਜਨੀਤੀ ਨੂੰ ਇੱਕ ਵਪਾਰ ਦੀ ਤਰ੍ਹਾਂ ਦੇਖਿਆ ਜਾਂਦਾ ਹੈਗਾ। ਜੋ ਤੁਹਾਡੇ ਮਨੋਰਥ ਉਸ ਕਿਸਮ ਦੇ ਹੈ, ਤੁਹਾਡੇ ਟੀਚੇ ਉਸ ਕਿਸਮ ਦੇ ਹੈ, ਤਾਂ ਤੁਹਾਡਾ ਕਾਰ ਵਿਹਾਰ ਵੀ ਉਸ ਕਿਸਮ ਦਾ ਹੀ ਹੋਏਗਾ। ਤਾਂ ਇਹਨਾਂ ਲੋਕਾਂ ਨੇ, ਜਦੋਂ ਤੁਸੀਂ ਬਦਲਾਅ ਦਾ ਨਾਅਰਾ ਦੇ ਕੇ ਪੋਲੀਟਿਕਸ ਦੇ ਵਿੱਚ ਆਈ ਹੈ ਸਰਕਾਰ, ਵਿਧਾਇਕ ਆਏ ਨੇ, ਲੋਕਾਂ ਨੇ ਇੰਨੀਆਂ ਆਸਾਂ ਉਮੀਦਾਂ ਨਾਲ ਜਿਤਾਇਆ ਹੈਗਾ। ਜੀ ਔਰ ਲੋਕ ਰਾਜ ਦੀ ਇਹ ਖੂਬਸੂਰਤੀ ਵੀ ਜਿਸ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਜੇ ਲੋਕਾਂ ਨੇ ਇੰਨੀਆਂ ਉਮੀਦਾਂ ਨਾਲ ਤੁਹਾਨੂੰ ਜਿਤਾਇਆ ਹੈਗਾ, ਅਗਰ ਤੁਸੀਂ ਉਹਨਾਂ ਉਮੀਦਾਂ 'ਤੇ, ਉਹਨਾਂ ਦੇ ਇਸ਼ਾਵਾਂ 'ਤੇ ਖਰੇ ਨਹੀਂ ਉਤਰੋਗੇ ਤਾਂ ਲੋਕਾਂ ਨੇ ਜਿੰਨੀ ਤੇਜ਼ੀ ਨਾਲ ਤੁਹਾਨੂੰ ਜਿਤਾਇਆ ਹੈ, ਉਨੀ ਤੇਜ਼ੀ ਨਾਲ ਤੁਹਾਨੂੰ ਹਰਾਉਣ ਦੀ ਕਪੈਸਿਟੀ ਵੀ ਰੱਖਦੇ ਨੇ। ਬਿਲਕੁਲ। ਲੋਕ ਰਾਜ ਦੇ ਵਿੱਚ ਅਕਸਰ ਇੱਦਾਂ ਹੁੰਦਾ ਆਇਆ। ਆਪਾਂ ਜਿਹੜੇ ਦੇਖਦੇ ਸੀ, ਜਿਹੜੇ ਕਹਿੰਦੇ ਸੀ ਕਿ 25 ਸਾਲ ਰਾਜ ਕਰਾਂਗੇ, 10 ਸਾਲ ਰਾਜ ਕਰਾਂਗੇ। ਅਗਰ ਲੋਕ ਚੰਗਾ ਕੰਮ ਕਰਨਗੇ, ਕਿਉਂਕਿ ਜਿਸ ਤਰ੍ਹਾਂ ਇਹਨਾਂ 'ਤੇ, ਨਵੀਂ ਸਰਕਾਰ 'ਤੇ ਵੀ ਜਿਹੜੀਆਂ ਉਂਗਲਾਂ ਉੱਠ ਰਹੀਆਂ ਵਿਰੋਧੀ ਪਾਰਟੀਆਂ ਵੱਲੋਂ, ਕੁਛ ਜਿਹੜੇ ਡਿਸੀਜ਼ਨ ਹੈ ਉਹਨਾਂ ਦੀ ਆਲੋਚਨਾ ਹੋ ਰਹੀ ਹੈ, ਜੀ ਤਾਂ ਆਲੋਚਨਾ ਦੇ ਵਿੱਚ, ਡੈਮੋਕ੍ਰੇਸੀ ਦੇ ਵਿੱਚ ਸਾਨੂੰ ਸਿੱਖਣਾ ਚਾਹੀਦਾ ਹੈਗਾ। ਅਗਰ ਸਾਰਥਿਕ ਔਰ ਉਸਾਰੂ ਆਲੋਚਨਾ ਹੈਗੀ ਹੈ, ਜਿਹੜੇ ਨੁਕਤੇ ਹੈਗੇ ਨੇ, ਜਿਹੜੇ ਜੱਚਦੇ ਨੇ, ਤਾਂ ਉਹ 'ਤੇ ਸਰਕਾਰ ਨੂੰ ਅਮਲ ਕਰਨਾ ਚਾਹੀਦਾ ਹੈ। ਉਸ ਨੂੰ ਲੈ ਕੇ ਵਿਧਾਇਕਾਂ ਨੂੰ, ਵਜ਼ੀਰਾਂ ਨੂੰ ਉਸ ਦੇ ਵਿੱਚ ਇੰਪਰੂਵਮੈਂਟ ਲਿਆਉਣੀ ਚਾਹੀਦੀ ਹੈ। ਤਾਂ ਹੀ ਇਹ ਜਿਹੜੀ ਗੱਡੀ ਹੈ ਉਹ ਅੱਗੇ ਵੱਧ ਸਕਦੀ ਹੈ। ਅਤੇ ਤੁਸੀਂ ਅੱਗੇ ਆਪਣੀ ਭੂਮਿਕਾ ਵੀ ਨਵੇਂ ਵਿਧਾਇਕਾਂ ਨੇ ਨਿਭਾਉਣੀ ਹੁੰਦੀ। ਇਹ ਤਾਂ ਹੈ ਨਹੀਂ ਕਿ ਇਕੱਲੀ ਹਲਕੇ 'ਚ ਉਹਨਾਂ ਦੀ ਭੂਮਿਕਾ ਹੁੰਦੀ ਹੈ, ਉਹਨਾਂ ਦੀ ਵਿਧਾਨ ਸਭਾ ਦੇ ਵਿੱਚ ਵੀ ਭੂਮਿਕਾ ਹੁੰਦੀ ਹੈ, ਉਹਨਾਂ ਦੀ ਸਰਕਾਰ ਦੇ ਵਿੱਚ ਵੀ ਭੂਮਿਕਾ ਹੁੰਦੀ ਹੈ। ਤਾਂ ਟੋਟਲ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਸੁਖਾਵੇਂ ਮਾਹੌਲ 'ਚ ਇਹਨਾਂ ਦੀ 2 ਘੰਟੇ ਤਕਰੀਬਨ ਮੀਟਿੰਗ ਚੱਲੀ ਹੈ ਮੁੱਖ ਮੰਤਰੀ ਦੀ। ਔਰ ਉਹਦੇ ਵਿੱਚ ਜਿਹੜੇ ਸਾਡੇ ਲੋਕ ਸਭਾ ਦੇ ਸਪੀਕਰ ਹੈ, ਉਹਨਾਂ ਨੇ ਵੀ ਇਹ ਗੱਲ, ਕੁਲਤਾਰ ਸੰਧਮਾ ਜੀ, ਉਹਨਾਂ ਨੇ ਵੀ ਕਿਹਾ ਕਿ ਅਸੀਂ ਜਿਹੜੇ ਨਵੇਂ ਵਿਧਾਇਕ ਹੈ ਉਹਨਾਂ ਨੂੰ ਆਉਣ ਵਾਲੇ ਦਿਨਾਂ 'ਚ ਕੋਈ ਸਿਖਲਾਈ ਦਾ ਪ੍ਰੋਗਰਾਮ ਉਲੀਕ ਰਹੇ ਹਾਂ। ਉਹ ਸਿਖਲਾਈ ਹੈ ਜਿਹੜੀ ਦਿੱਤੀ ਜਾਏਗੀ। ਅਗਰ ਮੁੱਖ ਮੰਤਰੀ ਇਸੇ ਤਰ੍ਹਾਂ ਹੀ ਆਪਣੇ ਵਿਧਾਇਕਾਂ ਤੋਂ, ਕਿਉਂਕਿ ਇੱਕ ਵਿਧਾਇਕ ਹੈ ਉਹ ਲੱਖਾਂ ਲੋਕਾਂ ਦੀ ਨੁਮਾਇੰਦਗੀ ਕਰਦਾ, ਉਹ ਲੋਕਾਂ ਨਾਲ ਜੁੜਿਆ ਹੁੰਦਾ ਹੈ। ਬਿਲਕੁਲ। ਅਗਰ ਉਹ ਤੋਂ ਟਾਈਮ ਟੂ ਟਾਈਮ ਫੀਡਬੈਕ ਲੈਂਦਾ ਹੈਗਾ, ਕਿਉਂਕਿ ਪਿਛਲੇ ਕੈਪਟਨ ਅਮਰਿੰਦਰ ਸਿੰਘ ਬਾਰੇ ਇਹੀ ਕਿਹਾ ਜਾਂਦਾ ਸੀ ਕਿ ਉਹ ਤਾਂ ਜੀ ਆਪਣੇ ਵਜ਼ੀਰਾਂ ਨੂੰ ਨਹੀਂ ਮਿਲਦੇ, ਕਿ ਸਰਕਾਰ ਹੈ ਜਿਹੜੀ ਨੌਕਰਸ਼ਾਹਾਂ ਦੇ ਰਾਹੀਂ ਨਹੀਂ ਚੱਲਦੀ। ਜੇ ਅਗਰ ਅਫਸਰਸ਼ਾਹੀ ਨੇ ਚਲਾਉਣਾ ਸੀ ਤਾਂ ਸਰਕਾਰਾਂ ਦੀ ਫਿਰ ਕੀ ਲੋੜ ਸੀ? ਬਿਲਕੁਲ। ਕਿਉਂਕਿ ਲੋਕ ਨੁਮਾਇੰਦੇ ਫਿਰ ਵੀ ਕਿਸੇ ਨਾ ਤਰੀਕੇ ਨਾਲ ਲੋਕਾਂ ਨਾਲ ਨੇੜਿਓਂ ਧਰਤੀ ਨਾਲ ਜੁੜੇ ਹੁੰਦੇ ਨੇ। ਅਗਰ ਸਰਕਾਰ ਇਹ ਸੱਚਮੁੱਚ ਬਦਲਾਅ ਦਾ ਏਜੰਡਾ ਲੈ ਕੇ ਆਈ ਹੈ, ਸੱਚਮੁੱਚ ਸਿਸਟਮ ਨੂੰ ਚੇਂਜ ਕਰਨਾ ਚਾਹੁੰਦੀ ਹੈ, ਤਾਂ ਇਸ ਨੂੰ ਲੋਕਾਂ ਦੀ ਫੀਡਬੈਕ 'ਤੇ ਚੱਲਣਾ ਹੋਏਗਾ। ਅਗਰ ਲੋਕ
ਕਿਸੇ ਫੈਸਲੇ ਤੋਂ ਖੁਸ਼ ਹੁੰਦੇ ਨੇ, ਉਸ ਕਿਸਮ ਦੇ ਉਹਨਾਂ ਨੂੰ ਫੈਸਲੇ ਲੈਣੇ ਪੈਣਗੇ ਜਿਹੜੇ ਵੀ ਪਬਲਿਕ ਇੰਟਰਸਟ 'ਚ ਹੋਣਗੇ। ਉਸ ਤਰ੍ਹਾਂ ਦੇ ਕਦਮ ਹੈ ਜਿਹੜੇ ਚੁੱਕਣੇ ਪੈਣਗੇ। ਜੀ ਚਰਨਜੀਤ ਜੀ, ਜਿਵੇਂ ਤੁਸੀਂ ਦੱਸਿਆ ਹੈ ਵੀ ਕਿਆ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ 1.5 ਮਹੀਨੇ ਦੇ ਕਰੀਬ ਸਮਾਂ ਜਿਹੜਾ ਬੀਤ ਚੁੱਕਿਆ, ਅਤੇ ਅਸੀਂ ਜਾਣਨਾ ਚਾਹਾਂਗੇ 1.5 ਮਹੀਨੇ ਦੇ ਵਿੱਚ ਇਹ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਦੇਖੋਗੇ? ਦੇਖੋ, ਇਹ ਬੜਾ ਅਤਿਸ਼ ਅਰਲੀ ਹੈ ਕਿ ਆਪਾਂ ਕਹਿ ਦਈਏ ਕਿ ਸਿਰਫ 1.5 ਮਹੀਨੇ ਦੇ 5 ਸਾਲ ਦੇ ਅਰਸੇ 'ਚ 1.5 ਮਹੀਨੇ 'ਤੇ ਆਪਾਂ ਕੋਈ ਕਿਸੇ ਸਰਕਾਰ ਦਾ ਨਿਚੋੜ ਕੱਢ ਲਈਏ। ਇਹ ਠੀਕ ਹੈ, ਆਪਾਂ ਨੂੰ ਸਿਪਟਮ ਮਿਲਣੇ ਸ਼ੁਰੂ ਹੋ ਸਕਦੇ ਨੇ ਕਿ ਕਿਸ ਕਿਸਮ ਦੀ ਸ਼ੁਰੂਆਤ ਕਿਸ ਕਿਸਮ ਦੀ ਹੈ ਕਿਸੇ ਪਾਰਟੀ ਦੀ, ਕਿਸੇ ਸਰਕਾਰ ਦੀ। ਉਹ ਤੋਂ ਆਪਾਂ ਅੰਦਾਜ਼ੇ ਦਾ ਲਗਾ ਸਕਦੇ ਹਾਂ, ਪਰ ਆਪਾਂ ਫਾਈਨਲ ਜਿਹੜੀ ਸਿੱਟੇ 'ਤੇ ਨਹੀਂ ਪਹੁੰਚ ਸਕਦੇ ਕਿ ਇਸ ਤਰ੍ਹਾਂ ਦਾ ਹੋਏਗਾ। ਇਹ ਵਿਧਾਇਕ ਨਵੇਂ ਨੇ, ਦੇਖੋ ਇਹਨਾਂ ਨੇ ਪੋਲੀਟਿਕਸ ਦੇ ਵਿੱਚ ਦੇਖੋ ਹੁਣ ਤੱਕ ਤਾਂ ਕਾਫੀ ਚੀਜ਼ਾਂ ਸ਼ਿਫਟ ਹੋਈਆਂ ਨੇ। ਬਿਲਕੁਲ, ਜਿਹੜੀ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਜਨਰੇਸ਼ਨਲ ਸ਼ਿਫਟ ਹੈ ਉਹ ਸਾਨੂੰ ਦੇਖਣ ਨੂੰ ਮਿਲ ਰਹੀ ਹੈਗੀ ਹੈ। ਇੱਕ ਜਿਹੜਾ ਆਮ ਕਿਹਾ ਜਾਂਦਾ ਸੀ ਕਿ ਫਿਊਡਲ ਬੈਕਗਰਾਊਂਡ ਵਾਲੇ ਜਿਹੜੇ ਪੋਲੀਟੀਸ਼ੀਅਨ ਸੀ, MLA ਬਣਦੇ ਸੀ, ਉਹਨਾਂ ਦਾ ਜਾਂ ਪਰਿਵਾਰਵਾਦ ਦੀ ਜਿਹੜੀ ਜਕੜ ਹੈ ਉਹ ਟੁੱਟੀ ਹੈ। ਇਸ ਵੇਲੇ ਸਾਡੇ ਕੋਲ 85 ਵਿਧਾਇਕ ਜਿਹੜੇ 85 MLAs ਅਜਿਹੇ ਨੇ ਜਿਹੜੇ ਨਿਊਲੀ ਇਲੈਕਟਡ ਹੋਏ ਨੇ, ਫਸਟ ਟਾਈਮਰ ਨੇ ਜਿਹੜੇ ਆਪਾਂ ਕਹਿ ਲਈਏ ਆਪਾਂ। ਉਹਦੇ ਵਿੱਚ 85 ਤੋਂ 82 MLA ਹੈ ਜਿਹੜੇ ਉਹ ਆਮ ਆਦਮੀ ਪਾਰਟੀ ਨਾਲ ਜਿਹੜੇ ਤਾਲੁਕ ਹੈ ਉਹ ਰੱਖਦੇ ਨੇ। ਔਰ ਸਾਰੇ ਇਹ ਆਤਿਸ਼ ਤਕਰੀਬਨ ਆਮ ਘਰਾਂ ਦੇ ਲੜਕੇ ਨੇ। ਕੋਈ ਕਿਸੇ ਨੂੰ ਇਹ ਨਹੀਂ ਕਿ ਸਿਆਸਤ ਦੀ ਗੁੜਤੀ ਉਹਨਾਂ ਨੂੰ ਪਿਓ ਦਾਦੇ ਤੋਂ ਮਿਲੀ ਵੀ ਹੈ, ਉਹਨਾਂ ਦੇ ਪਰਿਵਾਰਾਂ ਦੇ ਵਿੱਚ ਸਿਆਸਤ ਸੀ। ਤਾਂ ਇਹਨਾਂ ਨੇ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਇਹ ਵੀ ਇੱਕ ਨਵੀਂ ਲੀਡਰਸ਼ਿਪ ਦਾ ਵੀ ਇੱਕ ਪੋਚ ਹੈ ਜਿਹੜਾ ਉਹ ਖੜਾ ਕੀਤਾ ਹੈਗਾ। ਨਹੀਂ ਇੱਕ ਸਟੈਗਨੇਸ਼ਨ ਸੀ ਕਿ ਉਹੀ ਟਰਡੀਸ਼ਨਲ ਪਾਰਟੀਆਂ ਜਿਹੜੀਆਂ ਪੰਜਾਬ ਦੀ ਪੋਲੀਟਿਕਸ 'ਤੇ ਰਾਜ ਕਰ ਰਹੀਆਂ ਸੀ। ਇਹ ਠੀਕ ਹੈ ਕਿ ਇਹ ਨਵੇਂ ਨੇ, ਸਿਖੰਦਰੂ ਨੇ, ਜਿਵੇਂ ਕਹਿੰਦੇ ਨੇ ਕਿ ਪੋਲੀਟਿਕਸ ਦਾ ਇੱਕ ਆਰਟ ਹੈ, ਪਰ ਉਹ ਇਸ ਆਰਟ ਨੂੰ ਅਗਰ ਇਹ ਲੋਕ ਹਿੱਤ ਦੇ ਵਿੱਚ ਵਰਤਣਗੇ, ਉਹ ਰਾਜਨੀਤੀ ਕਰਨਗੇ, ਲੋਕ ਹਿੱਤਾਂ ਦੀ ਰਾਜਨੀਤੀ ਕਰਨਗੇ, ਤਾਂ ਇਹ ਆਰਟ ਹੈ ਉਹ ਜਲਦੀ ਸਿੱਖ ਵੀ ਜਾਣਗੇ। ਅਤੇ ਇਹ ਵੀ ਹੈ ਕਿ ਨੌਜਵਾਨ ਨੇ ਜ਼ਿਆਦਾ, ਕੋਈ ਏਜ ਗਰੁੱਪ ਵੀ ਇਹਨਾਂ ਦਾ ਵੱਡਾ ਨਹੀਂ ਨਵੇਂ MLAs ਦਾ। ਅਤੇ ਇਸ ਤੋਂ ਇਲਾਵਾ ਐਜੂਕੇਟਡ ਨੇ, ਜਿਵੇਂ ਆਪਾਂ ਗੱਲ ਕਰਦੇ ਹਾਂ ਅਕਸਰ ਕਿ ਇਹਨਾਂ ਦੇ ਵਿੱਚ 12-13 ਤਾਂ ਡਾਕਟਰ ਹੀ ਹੈਗੇ ਨੇ। ਔਰ ਇਹਨਾਂ ਦੇ ਵਿੱਚ ਜਜ਼ਬਾ ਹੈਗਾ, ਜੋਸ਼ ਹੈ ਕੁਝ ਕਰਨ ਦਾ, ਜਨੂੰਨ ਦਾ। ਲੋੜ ਇਹ ਗੱਲ ਹੈ ਕਿ ਉਸਨੂੰ ਉਸੇ ਡਾਇਰੈਕਸ਼ਨ ਦੇ ਵਿੱਚ ਲਾਉਣ ਜਿਸ ਡਾਇਰੈਕਸ਼ਨ ਦੇ ਵਿੱਚ ਲੋਕ ਚਾਹੁੰਦੇ ਨੇ, ਜਾਂ ਲੋਕਾਂ ਨੇ ਜਿਹੜੇ ਭਾਵਨਾਵਾਂ ਨਾਲ ਇਹਨਾਂ ਲੋਕਾਂ ਨੂੰ ਜਿਤਾਇਆ ਹੈ, ਵੋਟਾਂ ਪਾਇਆ ਆਮ ਘਰਾਂ ਤੋਂ ਉਠਾ ਕੇ। ਕਿਉਂਕਿ ਇਹਨਾਂ ਨੂੰ ਤਾਂ ਆਪਾਂ ਇਹ ਤਾਂ ਨਹੀਂ ਕਹਦੇ ਕਿ MLA ਦੁੱਧ ਧੋਤੇ ਹੋਣਗੇ, ਆਪਾਂ ਕਿਆਸ ਕਰ ਦਈਏ ਕੋਈ ਇਹਦਾ, ਕਿਉਂਕਿ ਪੋਲੀਟਿਕਸ ਇਸ ਤਰ੍ਹਾਂ ਦੀ ਗੰਦੀ ਡਰਟੀ ਗੇਮ ਹੈਗੀ ਹੈ। ਕਿਉਂਕਿ ਆਏ ਤਾਂ ਇਹ ਸਾਰੇ ਲੋਕ ਉਸੇ ਸਮਾਜ ਦੇ ਵਿੱਚੋਂ ਆਏ ਜਿੱਥੇ ਸਾਰਾ ਕੁਛ ਪਿਆ ਹੋਇਆ ਪਹਿਲਾਂ। ਉਹ ਤੋਂ ਨਿਰਲੇਪ ਤਾਂ ਨਹੀਂ ਰਹਿ ਸਕਦੇ, ਪਰ ਇੱਕ ਨੈਤਿਕ ਦਬਾਅ ਆਤਿਸ਼ ਬਣ ਜਾਂਦਾ ਤੁਹਾਡੇ ਉੱਪਰ, ਜੋ ਤੁਹਾਨੂੰ ਕਹਿੰਦੇ ਨੇ ਕਿ ਤੁਹਾਨੂੰ ਅਸੀਂ ਚੁਣੇ ਇਸ ਕਰਕੇ ਹੈ ਕਿ ਤੁਸੀਂ ਸਾਫ਼ ਸੁਥਰੇ ਲੋਕ ਹੋ, ਤੁਸੀਂ ਬਦਲਾਓ ਲੈ ਕੇ ਆਓਗੇ। ਤਾਂ ਹਰ ਇੱਕ MLA 'ਤੇ ਇੱਕ ਨੈਤਿਕ ਦਬਾਅ ਹੈ ਜਿਹੜਾ ਉਹ ਵੀ ਬਣੇਗਾ। ਇਹ ਠੀਕ ਹੈ ਕਿ ਤਾਕਤ ਹੈ ਜਿਹੜਾ ਤੁਹਾਡਾ ਦਿਮਾਗ ਵੀ ਖਰਾਬ ਕਰ ਦਿੰਦੀ ਹੈ, ਪਰ ਇਹਨਾਂ ਨੂੰ ਜਾਬਤੇ 'ਚ ਰਹਿਣਾ ਹੋਏਗਾ ਕਿਉਂਕਿ ਲੋਕਾਂ ਦੀਆਂ ਉਮੀਦਾਂ ਇਹਨਾਂ ਨਾਲ ਜੁੜੀਆਂ ਵੀਆਂ ਨੇ। ਇਹ ਆਮ ਉਮੀਦ ਨਹੀਂ ਹੈ ਜਿਹੜੀ ਰਵਾਇਤੀ ਪਾਰਟੀਆਂ ਤੋਂ ਲੋਕ ਰੱਖਦੇ ਨੇ ਕਿ ਚੋਣਾਂ 'ਚ ਵਾਅਦੇ ਕੀਤੇ ਪੂਰੇ ਕੀਤੇ, ਨਹੀਂ ਕੀਤੇ ਤਾਂ ਚੇਂਜ ਕਰ ਦੇਣਗੇ, ਅਗਲੀ ਵਾਰ ਫਿਰ ਦੂਸਰੀ ਪਾਰਟੀ ਨੂੰ ਮੌਕਾ ਦੇ ਦੇਣਗੇ। ਲੋਕਾਂ ਨੇ ਇੱਕ ਵੱਡਾ ਸਟੈਪ ਲਿਆ ਹੈਗਾ, ਵੱਡਾ ਕਦਮ ਲਿਆ ਕਿ ਪੰਜਾਬ ਦੀ ਸਿਆਸਤ ਚੇਂਜ ਕਰਨੀ ਹੈ। ਇਹ ਸੋਚ ਕੇ ਇਹਨਾਂ ਲੋਕਾਂ ਨੂੰ ਵੋਟਾਂ ਪਾਈਆਂ ਨੇ। ਤਾਂ ਜਦੋਂ ਵੀ ਇਹ ਕੋਈ ਸਟੈਪ ਚੁੱਕਣਗੇ, ਕਦਮ ਚੁੱਕਣਗੇ, ਤਾਂ ਇਹਨਾਂ ਗੱਲਾਂ ਦਾ ਇਹਨਾਂ ਨੂੰ ਜਿਹੜਾ ਖਿਆਲ ਹੈ ਉਹ ਜ਼ਰੂਰ ਰੱਖਣਾ ਪਏਗਾ। ਬਾਕੀ ਇਹ ਗੱਲ ਹੈ ਕਿ ਨਵੇਂ ਹੈਗੇ ਨੇ ਅਤੇ ਪੋਲੀਟਿਕਸ ਦੇ ਵਿੱਚ ਜਦੋਂ ਵੀ ਪੁਰਾਣੇ ਨੇਤਾ, ਪ੍ਰਕਾਸ਼ ਸਿੰਘ ਬਾਦਲ ਵੀ ਕਿਸੇ ਟਾਈਮ ਤਾਂ ਨਵੇਂ ਹੀ ਸੀਗਾ ਨਾ। ਸੁਖਬੀਰ ਸਿੰਘ ਬਾਦਲ ਵੀ ਤਾਂ ਕਿਸੇ ਟਾਈਮ ਨਵੇਂ ਸੀਗੇ, ਰਾਜਾ ਵੜਿੰਗ ਵੀ ਤਾਂ ਕਿਸੇ ਟਾਈਮ ਨਵਾਂ ਹੀ ਹੋਏਗਾ, ਜਾਂ ਸੁਖਪਾਲ ਖਹਿਰਾ ਵੀ ਕਦੀ ਤਾਂ ਉਹਨੇ ਪਹਿਲਾ ਕਦਮ ਰੱਖਿਆ ਹੋਏਗਾ। ਤਾਂ ਇਹਨਾਂ ਨੇ ਪਹਿਲਾ ਕਦਮ ਜਿਹੜਾ ਰੱਖਿਆ ਹੈਗਾ, ਤਾਂ ਲੋੜ ਹੁਣ ਇਹਨਾਂ ਨੂੰ ਇਹ ਗੱਲ ਦੀ ਹੈਗੀ ਹੈ ਕਿ ਪੋਲੀਟਿਕਸ ਨੂੰ ਸਮਝਣ, ਖਾਸ ਕਰਕੇ ਲੋਕਾਂ ਦੀ ਪੋਲੀਟਿਕਸ ਕਰਨ। ਇਹਨਾਂ ਦੀ ਜਿਹੜੀਆਂ ਅਸਲ ਡਿਊਟੀਆਂ ਨੇ, ਕਿਉਂਕਿ MLA ਦਾ ਜਿਹੜਾ ਮੁੱਢਲਾ ਫਰਜ਼ ਹੁੰਦਾ ਹੈ ਉਹ ਇਹ ਤਾਂ ਹੁੰਦਾ ਨਹੀਂ ਕਿ ਉਹਨਾਂ ਨੇ ਬਦਲੀਆਂ ਕਰਾਉਣੀਆਂ ਹੁੰਦੀਆਂ ਨੇ ਜਾਂ ਨਿਯੁਕਤੀਆਂ ਕਰਾਉਣੀਆਂ ਹੁੰਦੀਆਂ ਨੇ। ਉਹਨਾਂ ਦਾ ਕੰਮ ਹੁੰਦਾ ਹੈ ਵਿਧਾਨ ਸਭਾ ਦੇ ਵਿੱਚ, ਇੱਕ ਵਿਧਾਨਕਾਰ ਦਾ ਕੰਮ ਹੁੰਦਾ। ਉਹਨਾਂ ਨੇ ਨੀਤੀਆਂ ਘੜਨੀਆਂ ਹੁੰਦੀਆਂ, ਉਹਨਾਂ ਨੇ ਕਾਨੂੰਨ ਬਣਾਉਣੇ ਹੁੰਦੇ ਨੇ। ਉਹ ਆਪਣਾ ਰੋਲ ਪਛਾਣਨ ਕਿ ਉਹਨਾਂ ਦੀ ਭੂਮਿਕਾ ਕੀ ਹੈ ਵਿਧਾਨ ਸਭਾ ਦੇ ਵਿੱਚ। ਮੈਕਸੀਮਮ ਉਹ ਵੱਧ ਤੋਂ ਵੱਧ ਸਟੱਡੀ ਕਰਨ। ਵਿਧਾਨ ਸਭਾ ਦੇ ਵਿੱਚ ਬੜੀ ਸੋਹਣੀ ਲਾਇਬ੍ਰੇਰੀ ਬਣੀ ਹੋਈ ਹੈ, ਜਿਸ ਤਰ੍ਹਾਂ ਸਾਡੀ ਪਾਰਲੀਮੈਂਟ ਦੇ ਵਿੱਚ ਲਾਇਬ੍ਰੇਰੀ ਬਣੀ ਵੀ ਹੈਗੀ ਹੈ। ਇੱਕ ਵਾਰੀ ਅਸੀਂ ਫਿਗਰ ਵੀ ਲਈ ਸੀ ਕਿ ਕਿੰਨੇ ਕੁ MLA ਜਿਹੜੇ ਉਹ ਲਾਇਬ੍ਰੇਰੀ ਜਾਂਦੇ ਨੇ ਜਾਂ ਪੜ੍ਹਦੇ ਲਿਖੇ ਨੇ, ਤਾਂ ਉਦੋਂ ਔਸਤਨ ਆਤਿਸ਼ ਇਹ ਆਈ ਸੀ ਕਿ 65 MLA 117 ਦੇ ਵਿੱਚੋਂ ਪਿਛਲੀਆਂ ਸਰਕਾਰਾਂ ਦੇ ਵਿੱਚ ਉਹਨਾਂ ਨੇ ਕਦੇ ਲਾਇਬ੍ਰੇਰੀ ਦਾ ਮੂੰਹ ਨਹੀਂ ਦੇਖਿਆ।
ਕਿਤਾਬ ਇਸ਼ੂ ਕਰਾਉਣੀ ਤਾਂ ਦੂਰ ਦੀ ਗੱਲ। ਜਿਸ ਟਾਈਮ ਮੈਂ ਬਠਿੰਡਾ ਹੁੰਦਾ ਸੀ ਤਾਂ ਮੈਨੂੰ ਸ਼ੌਂਕ ਹੁੰਦਾ ਸੀ ਕਿ ਮੈਂ ਬਜਟ ਦੇ ਜਦੋਂ ਪੇਸ਼ ਹੁੰਦਾ ਸੀ ਤਾਂ ਮੈਂ ਕਿਸੇ ਨਾ ਕਿਸੇ MLA ਨਾਲ ਰਾਬਤਾ ਕਰਕੇ ਬਸ ਦਾ ਪਲੰਦਾ ਲੈਂਦਾ ਹੁੰਦਾ ਸੀ। ਤਾਂ ਮੈਂ ਦੇਖਦਾ ਹੁੰਦਾ ਸੀ ਉਹ ਪਲੰਦੇ ਦੇ ਵਿੱਚ ਉਹ ਪੂਰੀ ਉੱਪਰ ਸਟੈਂਪ ਲੱਗੀ ਹੁੰਦੀ, ਉਹਨੂੰ ਖੋਲ੍ਹਿਆ ਵੀ ਨਹੀਂ ਸੀ ਗਿਆ ਹੁੰਦਾ ਸੀ ਜੀ। ਮਤਲਬ ਉਹ ਚੀਜ਼ਾਂ ਨੂੰ, ਮਤਲਬ ਬਾਕੀ ਕਿਤਾਬਾਂ ਪੜ੍ਹਨਾ ਦੂਰ ਦੀ ਗੱਲ, ਜਿਹੜਾ ਲਿਟਰੇਚਰ ਤੁਹਾਨੂੰ ਅੰਦਰ ਮਿਲਦੀ ਹੈ ਵਿਧਾਨ ਸਭਾ ਸਦਨ ਦੇ ਅੰਦਰ ਮਿਲਦਾ ਹੈ, ਉਹ ਵੀ ਨਹੀਂ ਇਹ ਲੋਕ ਪੜ੍ਹਦੇ। ਇਸ ਕਰਕੇ ਨਵਿਆਂ ਨੂੰ ਇਹ ਮੌਕਾ ਪਤਾ ਲੱਗਿਆ ਕਿ ਵਿਧਾਨ ਸਭਾ ਵਾਲੇ ਵੀ ਕੋਈ ਇੱਦਾਂ ਦਾ ਚਾਕ ਆਊਟ ਕਰ ਰਹੇ ਨੇ, ਨਵੇਂ ਸਪੀਕਰ ਕੁਲਤਾਰ ਸੰਧਮਾ, ਕਿ ਇਹਨਾਂ ਨੂੰ ਨਾ ਇੱਕ ਜਿੱਥੇ ਕੈਂਪ ਲਾਇਆ ਜਾਵੇ, ਲੋਕ ਸਭਾ ਦੇ ਸਪੀਕਰ ਨੂੰ ਬੁਲਾਇਆ ਜਾਵੇ, ਕੋਈ ਇਹਨਾਂ ਵਿਧਾਇਕਾਂ ਦਾ ਕਿ ਵਿਧਾਨ ਸਭਾ ਦੀ ਕਾਰਵਾਈ ਕਿਵੇਂ ਚੱਲਦੀ ਹੈ, ਕੀ ਨਿਯਮ ਹੁੰਦੇ ਆ, ਕਿਸ ਤਰ੍ਹਾਂ ਰਨ ਹੁੰਦਾ ਹੈ ਸਦਨ ਹੈ ਜਿਹੜਾ। ਉਸ ਤੋਂ ਇਲਾਵਾ ਉਹਨਾਂ ਨੂੰ ਲਾਇਬ੍ਰੇਰੀ ਨਾਲ ਇੱਕ ਮੋਹ ਪਾਇਆ ਜਾਵੇ ਕਿ ਵਿਧਾਇਕਾਂ ਲਈ ਕੋਈ ਕਿਤਾਬਾਂ ਪੜ੍ਹਨ ਦਾ ਕੋਈ ਉਹਨਾਂ 'ਚ ਸ਼ੌਂਕ ਪੈਦਾ ਕੀਤਾ, ਚੰਗੀਆਂ ਕਿਤਾਬਾਂ ਉਹਨਾਂ ਨੂੰ ਰਿਕਮੈਂਡ ਕਰਕੇ ਦਿੱਤੀਆਂ ਜਾਣ। ਇੱਕ ਆਤਿਸ਼ ਪਹਿਲਾਂ ਜਿਹੜਾ ਬੈਸਟ ਵਿਧਾਨਕਾਰ ਦਾ ਵੀ ਇੱਕ ਅਵਾਰਡ ਦਿੱਤਾ ਜਾਂਦਾ ਸੀ, ਹੁਣ ਕਾਫੀ ਲੰਬੇ ਟਾਈਮ ਤੋਂ ਉਹ ਵੀ ਬੰਦ ਪਿਆ ਜੀ। ਉਹ ਵੀ ਚਾਹੀਦਾ ਸਾਡੀ ਵਿਧਾਨ ਸਭਾ ਨੂੰ, ਸਪੀਕਰ ਸਾਹਿਬ ਨੂੰ, ਕਿ ਉਸ ਨੂੰ ਵੀ ਦੁਬਾਰੇ ਸ਼ੁਰੂ ਕਰਨ। ਉਹਦੇ ਨਾਲ ਵੀ ਇੱਕ ਨਵੇਂ ਵਿਧਾਇਕਾਂ ਦੇ ਵਿੱਚ ਉਤਸ਼ਾਹ ਪੈਦਾ ਹੋਏਗਾ। ਕਿਉਂਕਿ ਪੁਰਾਣੇ ਵਿਧਾਇਕਾਂ ਦੀ ਅਸੀਂ ਜੋ ਦੇਖਦੇ ਹਾਂ ਉਹ ਬੜੇ ਲੌਜੀਕਲ ਗੱਲ ਕਰਦੇ ਸੀ, ਬੜੀ ਸਾਦਗੀ ਵਾਲੇ ਹੁੰਦੇ ਸਨ ਜੀ, ਅਤੇ ਲੋਕਾਂ ਦੇ ਮਨਾਂ 'ਚ ਉਤਰਦੇ ਸਨ। ਪਰ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਵਿਧਾਨ ਸਭਾ ਜਿਹੜਾ ਹਾਲ ਹੋ ਗਿਆ, ਰੌਲਾ ਰੱਪਾ, ਹੰਗਾਮਾ, ਕੁਰਸੀਆਂ ਚੱਲਦੀਆਂ ਨੇ, ਮਾਈਕ ਪੁੱਟੇ ਜਾਂਦੇ ਨੇ, ਗਾਲੀ ਗਲੋਚ ਹੁੰਦਾ, ਅਪਸ਼ਬਦ ਬੋਲੇ ਜਾਂਦੇ ਨੇ, ਇਸ ਕਿਸਮ ਦੀ ਭਾਸ਼ਾ। ਕਿਉਂਕਿ ਲੋਕਾਂ ਦੇ ਵੱਡਾ ਜਿਹੜਾ ਪੈਸਾ ਹੈ ਲੋਕਾਂ ਦੇ ਟੈਕਸਾਂ ਦਾ, ਉਹ ਵਿਧਾਨ ਸਭਾ ਦੇ ਇਹਨਾਂ ਵਿਧਾਇਕਾਂ ਦੇ ਉੱਪਰ ਖਰਚ ਕੀਤਾ ਜਾਂਦਾ ਹੈ। ਤਾਂ ਇਹਨਾਂ ਵਿਧਾਇਕਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹਨਾਂ ਨੇ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਚੁਣਿਆ, ਉਹਨਾਂ ਦੀਆਂ ਉਮੀਦਾਂ 'ਤੇ ਇਹ ਲੋਕ ਸਾਰੇ ਖਰੇ ਉਤਰਨ ਜੀ। ਚਰਨਜੀਤ ਜੀ, ਜਦੋਂ ਆਪਾਂ ਗੱਲ ਕਰ ਰਹੇ ਹਾਂ ਸਰਕਾਰ ਦੀ, ਤਾਂ ਗੱਲ ਕਰਨੀ ਬਣਦੀ ਹੈ ਵਿਰੋਧੀ ਧਿਰ ਦੀ ਵੀ, ਜਿਸ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਈ ਫੈਸਲਿਆਂ ਦੀ ਜਿਹੜੀ ਆਲੋਚਨਾ ਕੀਤੀ ਗਈ ਹੈ। ਅਸੀਂ ਜਾਣਨਾ ਚਾਹਾਂਗੇ ਕਿ 1.5 ਮਹੀਨੇ ਦੇ ਵਿੱਚ ਵਿਰੋਧੀ ਧਿਰ ਦੀ ਕਾਰਗੁਜ਼ਾਰੀ ਜਿਹੜੀ ਹੈ ਉਹ ਕਿਹੋ ਜਿਹੀ ਰਹੀ ਹੈ? ਵੈਸੇ ਤਾਂ ਇਹ ਹੈ ਕਿ ਵਿਰੋਧੀ ਧਿਰ ਦੀ ਉਹ ਆਪਣੇ ਜਿਸ ਤਰ੍ਹਾਂ ਪਹਿਲਾਂ ਉਲਝੇ ਹੋਏ ਸੀ, ਹੁਣ ਉਲਝੇ ਹੋਏ ਨੇ ਜੀ। ਕਿਉਂਕਿ ਕਾਂਗਰਸ ਪਾਰਟੀ ਨੇ ਆਪਣੇ ਵਿਰੋਧੀ ਧਿਰ ਦਾ ਨੇਤਾ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਚੁਣ ਲਿਆ, ਔਰ ਉਹਨਾਂ ਨੇ ਆਪਣੀ ਪਾਰਟੀ ਦਾ ਨਵਾਂ ਪ੍ਰਧਾਨ ਰਾਜਾ ਵੜਿੰਗ ਬਣਾਇਆ ਜੀ। ਔਰ ਜਿਹੜੇ ਪੁਰਾਣੇ ਪ੍ਰਧਾਨ ਸਾਹਿਬ ਨੇ ਨਵਜੋਤ ਸਿੰਘ ਸਿੱਧੂ ਜੀ, ਉਹ ਵੀ ਹਜੇ ਉਸੇ ਤਰ੍ਹਾਂ ਵਿੱਚ ਹੀ ਚੱਲ ਰਿਹਾ। ਉਹਨਾਂ ਦੇ ਖਿਲਾਫ ਵੀ ਐਕਸ਼ਨ, ਜਿਹੜਾ ਡਿਸਪਲਿਨਰੀ ਕਮੇਟੀ ਹੈ ਇਹਨਾਂ ਦੀ ਕਾਂਗਰਸ ਹਾਈ ਕਮਾਨ ਦੀ, ਉਹਨਾਂ ਕੋਲ ਉਹਨਾਂ ਦਾ ਕੇਸ ਗਿਆ ਕਿ ਉਹ ਪਾਰਟੀ ਦੇ ਖਿਲਾਫ ਚੱਲ ਰਹੇ ਨੇ। ਰਾਜਾ ਵੜਿੰਗ ਹੋਰਾਂ ਨੇ ਉਹਨਾਂ ਦੇ ਖਿਲਾਫ ਪੱਤਰ ਵੀ ਲਿਖਿਆ ਹਰੀਸ਼ ਚੌਧਰੀ ਨੂੰ, ਜਿੱਥੋਂ ਤੱਕ ਉਹਨਾਂ ਵਿਰੋਧੀ ਧਿਰ ਦੀ ਕਾਰਗੁਜ਼ਾਰੀ ਦਾ ਗੱਲ ਤਾਲੁਕ ਰੱਖਦੀ ਹੈਗੀ ਹੈ। ਤਾਂ 1.5 ਮਹੀਨੇ ਦੇ ਵਿੱਚ ਇਹ ਹੁੰਦਾ ਕਿ ਜਿਹੜਾ ਵਿਰੋਧੀ ਧਿਰ ਵੀ ਆਮ ਤੌਰ 'ਤੇ ਜਿਹੜੀ ਸਰਕਾਰ ਨੂੰ ਕੁਝ ਵਕਫਾ ਜਿਹੜਾ ਕੰਮ ਕਰਨ ਦਾ ਸਮਾਂ ਜਿਹੜਾ ਉਹ ਦਿੰਦੀ ਹੈਗੀ ਹੈ, ਕਿਉਂਕਿ ਸਰਕਾਰ ਨੂੰ ਅਜੇ 1.5 ਮਹੀਨਾ ਵੀ ਤਕਰੀਬਨ ਹੋਇਆ ਬਣੀ ਨੂੰ। ਇਸ ਕਰਕੇ ਉਹਨਾਂ ਨੂੰ ਵੀ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਦੇਖਾਂਗੇ, ਉਸ ਤੋਂ ਬਾਅਦ ਹੈ ਜਿਹੜਾ ਉਹ ਕੰਮ ਸ਼ੁਰੂ ਕਰਾਂਗੇ। ਪਰ ਆਲੋਚਨਾ ਪਿਛਲੇ ਕੁਝ ਇੰਸੀਡੈਂਟਸ ਇਸ ਕਿਸਮ ਦੇ ਹੋਏ ਨੇ, ਉਹਦੇ ਵਿੱਚ ਸਰਕਾਰ ਨੂੰ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ, ਖਾਸ ਕਰਕੇ ਆਮ ਆਦਮੀ ਪਾਰਟੀ ਦਾ ਜਿਵੇਂ ਦਿੱਲੀ ਦਾ ਦਖਲ ਨੂੰ ਲੈ ਕੇ ਜ਼ਿਆਦਾ ਜਿਹੜਾ ਟਾਰਗੇਟ ਹੈ ਉਹ ਕੇਜਰੀਵਾਲ ਨੂੰ ਵਿਰੋਧੀ ਧਿਰ ਨੇ ਕੀਤਾ ਹੈਗਾ। ਪਰ ਜਦੋਂ ਵਿਧਾਨ ਸਭਾ ਦੇ ਅੱਗੇ ਸੈਸ਼ਨ ਹੋਣਗੇ, ਹਜੇ ਬਜਟ ਆਉਣਾ ਪਹਿਲਾਂ ਇਸ ਸਰਕਾਰ ਦਾ, ਜਦੋਂ ਵੱਡੇ ਫੈਸਲੇ ਹੋਣਗੇ ਉਦੋਂ ਇਹ ਸਾਰੀਆਂ ਗੱਲਾਂ ਚਾਕ ਆਊਟ ਹੋਣਗੀਆਂ। ਉਦੋਂ ਸਮੁੱਚਤਾ ਦੇ ਵਿੱਚ ਦੇਖਿਆ ਜਾਏਗਾ, ਕਿਉਂਕਿ 1.5 ਮਹੀਨੇ 'ਚ ਅਸੀਂ ਕੋਈ ਚਾਕ ਆਊਟ ਨਹੀਂ ਕਰ ਸਕਦੇ, ਕੋਈ ਰਿਜ਼ਲਟ ਨਹੀਂ ਕੱਢ ਸਕਦੇ। ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਹੈ, ਉਹਨਾਂ ਨੂੰ ਆਪਣੀ ਜਿਹੜੀ ਹਾਰ ਦੀ ਵੱਡੀ ਨਮੋਸ਼ੀ ਹੈ ਉਹ 'ਚ ਨਿਊਬਰ ਪਾ ਰਹੇ। ਚਾਹੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਹੈ, ਉਹਨਾਂ ਨੇ ਫਿਰ ਉਹ ਪੁਰਾਣੇ ਪੰਥਕ ਇਸ਼ੂ ਹੈ ਜਿਹੜੇ ਉਹ ਚੱਕਣੇ ਸ਼ੁਰੂ ਕੀਤੇ ਨੇ। ਤਾਂ ਲੋੜ ਇਸ ਗੱਲ ਦੀ ਹੈ ਕਿ ਸਰਕਾਰ ਬਿਹਤਰ ਚੱਲੇ, ਲੋਕ ਰਾਜ ਮਜ਼ਬੂਤ ਹੋਵੇ। ਉਹਦੇ ਲਈ ਜ਼ਰੂਰੀ ਹੈ ਕਿ ਜਿੱਥੇ ਸਰਕਾਰ ਆਪਣੇ ਪਾਰਟੀ ਦੇ ਵਿਧਾਇਕਾਂ ਨਾਲ ਸੰਵਾਦ ਰਚਾਵੇ ਰੈਗੂਲਰਲੀ, ਉੱਥੇ ਜਿਹੜੀ ਵਿਰੋਧੀ ਧਿਰ ਹੈ ਉਹਨੂੰ ਵੀ ਅੱਖੋਂ ਪਰੋਖੇ ਨਾ ਕਰੇ, ਉਹਨਾਂ ਦੇ ਜਿਹੜੇ ਚੰਗੇ ਸੁਝਾਅ ਹੈ, ਚੰਗੀ ਆਲੋਚਨਾ ਹੈ, ਉਹਦਾ ਵੀ ਨੋਟਿਸ ਲਵੇ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।